ਪੰਜਾਬੀ ਹੈਰਲਡ ਟੀਵੀ ਅਤੇ ਪੰਜਾਬੀ ਹੈਰਲਡ ਨਿਊਜ਼ ਵੈਬਸਾਈਟ ਦੇ ਨਾਲ ਸਾਂਝ ਪਾ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਕਿਉਰਾ, ਨਮਸਕਾਰ। ਜਿਵੇਂ ਅਸੀਂ ਹਰ ਹਫਤੇ ਜਾਂ ਰੋਜ਼ਾਨਾ ਵੀ ਕੋਸ਼ਿਸ਼ ਕਰਦੇ ਹਾਂ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੀ ਜਿਹੜੀ ਜਾਣਕਾਰੀ ਸਾਂਝ ਸਾਂਝ ਪਾਈਏ ਤੇ ਉਹਨਾਂ ਦੇ ਕੋਲ ਜਿਹੜੀ ਵਡਮੁੱਲੀ ਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਨਿਊਜ਼ੀਲੈਂਡ ਦੇ ਵਿੱਚ 30 ਸਤੰਬਰ ਤੋਂ ਜਿਹੜੀ ਇੱਕ ਬਹੁਤ ਖੁਸ਼ੀ ਦੀ ਲਹਿਰ ਦੌੜੀ ਹੈ, ਜਿਹਦੇ ਵਿੱਚ ਮੌਜੂਦਾ ਲੇਬਰ ਸਰਕਾਰ ਨੇ ਐਲਾਨ ਕੀਤਾ ਕਿ 1 ਸਾਲ ਦੇ ਵਿੱਚ ਅਸੀਂ ਲਗਭਗ 1,65,000 ਜਿਹੜੇ ਅਸਥਾਈ ਟੈਂਪਰੇਰੀ ਵਰਕ ਵੀਜ਼ੇ ਦੇ ਉੱਤੇ ਹੈਗੇ ਆ, ਉਹ ਸਾਰੇ ਜਿਹੜੇ ਆ ਉਹ ਪੱਕੇ ਕਰ ਦੇਣੇ ਆ। ਤੇ ਉਹਨਾਂ ਦੇ ਵਾਸਤੇ ਜਿਹੜੀਆਂ ਪ੍ਰਾਇਮਰੀ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਆਂ ਉਹ ਵੀ ਆ ਗਈਆਂ ਨੇ, ਹੈਲਥ ਵਾਲੀਆਂ ਵੀ ਆ ਗਈਆਂ ਨੇ, ਤੇ ਹੋਰ ਵੀ ਜਿਹੜੀਆਂ ਕਾਫੀ ਕੈਟਾਗਰੀਜ਼ ਆ ਉਹ ਆਈਆਂ ਹੋਈਆਂ ਨੇ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਰਕਾਰ ਨੂੰ ਇਹਦੇ ਵਿੱਚ ਕਿੰਨਾ ਕੁ ਜਿਹੜੀ ਮਗਜ਼ਮਾਰੀ ਕਰਨੀ ਪਈ ਆ ਇਹ ਪਲਾਨ ਬਣਾਉਣ ਦੇ ਵਿੱਚ, ਕਿੰਨਾ ਕੁ ਲੋਕਾਂ ਨੇ ਯੋਗਦਾਨ ਪਾਇਆ, ਕਿੰਨੀਆਂ ਕੁ ਸਾਡੀਆਂ ਸਟ੍ਰਾਈਕਾਂ ਕੰਮ ਆਈਆਂ, ਕਿੰਨੀਆਂ ਕੁ ਜਿਹੜੀ ਆਪੋਜੀਸ਼ਨ ਪਾਰਟੀ ਆ ਨੈਸ਼ਨਲ ਪਾਰਟੀ ਦਾ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ, ਅਸੀਂ ਸਾਰੇ ਦੇਖਦੇ ਰਹੇ ਹਾਂ। ਇਹਨਾਂ ਸਾਰਿਆਂ ਸੰਬੰਧੀ ਜਿਹੜੀ ਗੱਲ ਕਰਨ ਵਾਸਤੇ ਮੈਂ ਨੈਸ਼ਨਲ ਪਾਰਟੀ ਦੇ ਜਿਹੜੇ ਮੌਜੂਦਾ ਐਕਟਿਵ ਮੈਂਬਰ ਵੀ ਹੈਗੇ ਨੇ ਤੇ 12 ਸਾਲ ਜਿਹੜੇ ਆ ਉਹ ਸੰਸਦ ਮੈਂਬਰ ਵੀ ਸਾਡੇ ਰਹੇ ਨੇ, ਮੇਰੀ ਮੁਰਾਦ ਸਰਦਾਰ ਕਮਲਜੀਤ ਸਿੰਘ ਬਖਸ਼ੀ ਹੋਣਾ ਜੀ, ਨਾਲ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਉਹ ਲਾਈਨ ਤੇ ਹੋ ਗਏ ਨੇ। ਉਹਨਾਂ ਨੂੰ ਫਤਿਹ ਬੁਲਾਣੇ ਆ, ਸਤਿ ਸ੍ਰੀ ਅਕਾਲ ਕਰਦੇ ਆ ਜੀ। ਕਮਲਜੀਤ ਬਖਸ਼ੀ ਜੀ ਸਤਿ ਸ੍ਰੀ ਅਕਾਲ, ਕਿਉਰਾ, ਨਮਸਕਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਰਾ, ਨਮਸਤੇ। ਬਸਿਆਲਾ ਜੀ, ਸਭ ਤੋਂ ਪਹਿਲੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਵਾਰ ਫਿਰ ਤੋਂ ਮੈਨੂੰ ਮੌਕਾ ਦੇ ਰਹੇ ਹੋ ਕਿ ਤੁਹਾਡੇ ਸਰੋਤਿਆਂ ਨਾਲ ਮਿਲ ਕੇ ਮੈਂ ਗੱਲਬਾਤ ਕਰ ਸਕਾਂ ਜੀ। ਔਰ ਸਭ ਤੋਂ ਪਹਿਲੇ ਮੈਂ ਸਾਰੇ ਜਿਹੜੇ ਅਸਥਾਈ ਰੂਪ ਤੇ ਜਿਹੜੇ ਇੱਥੇ ਵੀਜ਼ਾ ਹੋਲਡਰ ਸਨ, ਜਿਹੜੇ ਐਲੀਜੀਬਲ ਹੋਏ ਸਰਕਾਰ ਦੀ ਇਹ ਜੋ ਮੌਜੂਦਾ ਅਨਾਉਂਸਮੈਂਟ ਹੈ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਇਤਨੇ ਲੰਬੇ ਸਮੇਂ ਤੋਂ ਉਹ ਇੱਕ ਅਨਿਸ਼ਚਿਤਤਾ ਦੇ ਦੌਰ ਤੋਂ ਗੁਜ਼ਰ ਰਹੇ ਸਨ। ਅਨਸਰਟਨਿਟੀ ਜਿਹੜੀ ਸੀਗੀ ਉਹਨਾਂ ਦੇ ਲਗਾਤਾਰ ਬਣੀ ਹੋਈ ਸੀਗੀ। ਉਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਉਹ ਮੁਬਾਰਕ ਦੇ ਪਾਤਰ ਨੇ, ਔਰ ਇਹਦੇ ਵਿੱਚ ਜਿਨ੍ਹਾਂ ਨੇ ਬਹੁਤ ਹਿੰਮਤ ਕਰਕੇ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਕੀਤੀ, ਉਹਨਾਂ ਨੂੰ ਵੀ ਮੁਬਾਰਕਬਾਦ ਕਿ ਉਹਨਾਂ ਨੇ ਇਹ ਕੋਸ਼ਿਸ਼ ਕੀਤੀ। ਮੈਂ ਖਾਸ ਤੌਰ ਤੇ ਇੱਥੇ ਜ਼ਿਕਰ ਕਰਨਾ ਚਾਹਾਂਗਾ ਸਾਡੇ ਮੈਂਬਰ ਆਫ ਪਾਰਲੀਮੈਂਟ ਐਰਿਕਾ ਸਟੈਮਫੋਰਡ, ਜਿਨ੍ਹਾਂ ਨੇ ਲਗਾਤਾਰ ਪਾਰਲੀਮੈਂਟ ਦੇ ਅੰਦਰ ਇਹਨਾਂ ਦੇ ਸਵਾਲ ਜਿਹੜੇ ਨੇ ਉਹ ਪੁੱਛਦੇ ਰਹੇ। ਅਸੀਂ ਮਿਲ ਕੇ ਬਹੁਤ ਸਾਰੀ ਪਬਲਿਕ ਮੀਟਿੰਗਸ ਵੀ ਜਿਹੜੀਆਂ ਨੇ ਉਹ ਅਟੈਂਡ ਕੀਤੀਆਂ, ਉਹ ਆਕਲੈਂਡ ਦੇ ਵਿੱਚ ਹੋਣ, ਚਾਹੇ ਵੈਲਿੰਗਟਨ ਦੇ ਵਿੱਚ ਹੋਣ ਜਾਂ ਕ੍ਰਾਈਸਟਚਰਚ ਦੇ ਵਿੱਚ ਹੋਣ। ਉੱਥੇ ਬਹੁਤ ਵੱਡੀ ਤਾਦਾਦ ਵਿੱਚ ਲੋਕਾਂ ਨੇ ਆ ਕੇ ਆਪਣੇ ਜਿਹੜੇ ਮਸਲੇ ਸਨ ਉਹਨਾਂ ਦਾ ਜ਼ਿਕਰ ਕੀਤਾ, ਔਰ ਬਹੁਤ ਦਿਲ ਨੂੰ ਹਿਲਾਉਣ ਵਾਲੀ ਜਿਹੜੀ ਕਹਾਣੀਆਂ ਸਨ, ਜਿਹੜੇ ਕਿੱਸੇ ਸਨ, ਉਹ ਸਾਨੂੰ ਸੁਣਨ ਨੂੰ ਮਿਲੇ। ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਕਾਫੀ ਸਮੇਂ ਤੋਂ ਬਾਅਦ ਇਹ ਸਰਕਾਰ ਜਾਗੀ ਹੈ ਕਿ ਇਹ ਜਿਹੜਾ ਇੱਕ ਬਹੁਤ ਵੱਡਾ ਮਸਲਾ ਸੀਗਾ, ਖਾਸ ਤੌਰ ਤੇ ਇਹ ਲੋਕੀ ਜਿਹੜੇ ਨੇ ਇਹਨਾਂ ਨੇ ਪੈਂਡੈਮਿਕ ਦੇ ਟਾਈਮ ਤੇ ਫਰੰਟ ਲਾਈਨ ਦੇ ਉੱਤੇ ਬਹੁਤ ਸਾਰੀ ਸਹਿਯੋਗ ਦਿੱਤਾ। ਇਹਨਾਂ ਨੇ ਕੰਮਾਂ ਲਈ ਖੜੇ ਹੋਏ, ਚਾਹੇ ਉਹ ਸੁਪਰਮਾਰਕੀਟ ਸਨ, ਚਾਹੇ ਉਹ ਪੈਟਰੋਲ ਸਟੇਸ਼ਨ ਸਨ, ਚਾਹੇ ਕਿਤੇ ਹੈਲਥ ਵਰਕਰ ਸਨ ਔਰ ਸਿਕਿਉਰਿਟੀ ਗਾਰਡ ਸਨ। ਇਹਨਾਂ ਸਭ ਨੇ ਜਦ ਲੋੜ ਸੀ ਉਸ ਟਾਈਮ ਤੇ ਕੰਧੇ ਨਾਲ ਕੰਧਾ ਜੋੜ ਕੇ ਇਹਨਾਂ ਨੇ ਸਹਿਯੋਗ ਦਿੱਤਾ। ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਉਮੀਦ ਕਰਦਾ ਹਾਂ ਕਿ ਆਉਣ ਵਾਲੇ 12 ਮਹੀਨੇ ਦੇ ਵਿੱਚ ਇਹ ਜੋ 1,65,000 ਦਾ ਵਾਅਦਾ ਇਸ ਸਰਕਾਰ ਨੇ ਕੀਤਾ ਹੈ ਉਸ ਨੂੰ ਡਿਲੀਵਰ ਕਰ ਸਕੇ, ਔਰ ਇਹ ਸਾਰੇ ਲੋਕੀ ਨਿਊਜ਼ੀਲੈਂਡ ਦੇ ਵਿੱਚ ਖੁਸ਼ਹਾਲੀ ਨਾਲ ਰਹਿ ਸਕਣ, ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ। ਜੀ ਬਿਲਕੁਲ ਬਖਸ਼ੀ ਜੀ, ਤੁਹਾਡੀਆਂ ਜਿਹੜੀ ਸ਼ੁਭ ਸ਼ਾਮਾਂ ਤੇ ਸਾਰੇ ਵੀ ਜਿਹੜੇ ਐਲੀਜੀਬਲ ਹੋਣਗੇ ਉਹਨਾਂ ਦੇ ਵਾਸਤੇ ਵੀ ਆ, ਤੇ ਜਿਹੜੇ ਬਾਈ ਚਾਂਸ ਇਸ ਗੇਟ ਦੇ ਵਿੱਚ ਨਹੀਂ ਆ ਰਹੇ ਉਹਨਾਂ ਦੇ ਵਾਸਤੇ ਵੀ ਜਿਹੜੀਆਂ ਤੁਹਾਡੀ ਸ਼ੁਭ ਸ਼ਾਮਾਂ, ਉਹਨਾਂ ਦੇ ਲਈ ਬਹੁਤ ਬਹੁਤ ਧੰਨਵਾਦ। ਕਿਉਂਕਿ ਜਿਹੜਾ ਭਾਰਤੀ ਭਾਈਚਾਰਾ ਆ, ਆਪਾਂ ਉਦੋਂ ਹੀ ਜਿਹੜਾ ਵਧਿਆ ਹੋਇਆ ਕਹਿ ਸਕਦੇ ਆ ਜਦੋਂ ਉਹਨਾਂ ਦੀਆਂ ਇੱਥੇ ਜਿਹੜੀਆਂ PR ਜਾਂ ਉਹ ਲੱਗ ਜਾਣਗੀਆਂ, ਉਸ ਦੇਸ਼ ਦੇ ਨਾਗਰਿਕ ਬਣ ਜਾਣਗੇ। ਆਮ ਤੌਰ ਤੇ ਜਦੋਂ ਸਿਟੀਜ਼ਨਸ਼ਿਪ ਚੁਕਾਈ ਜਾਂਦੀ ਆ ਜਾਂ PR ਦਿੱਤੀ ਜਾਂਦੀ ਹੈ, ਉਸ ਵੇਲੇ ਇਹ ਕਿਹਾ ਜਾਂਦਾ ਵੀ ਜਦੋਂ ਤੁਹਾਨੂੰ PR ਦਿੱਤੀ ਜਾਂਦੀ ਹੈ ਉਦੋਂ ਤੁਹਾਨੂੰ ਦੇਸ਼ ਆ ਉਹ ਜਿਹੜਾ ਗੋਦ ਲੈ ਰਿਹਾ ਹੁੰਦਾ, ਜਦੋਂ ਤੁਹਾਨੂੰ ਨਾਗਰਿਕਤਾ ਦਿੱਤੀ ਜਾਂਦੀ ਆ ਉਦੋਂ ਦੇਸ਼ ਜਿਹੜਾ ਆ ਤੁਹਾਡੀ ਗੋਦੀ ਦੇ ਵਿੱਚ ਆ ਜਾਂਦਾ। ਸੋ ਮੈਂ ਵੀ ਦੁਆ ਕਰਦਾ, ਪਹਿਲਾਂ ਅਸੀਂ ਇਸ ਦੇਸ਼ ਦੀ ਗੋਦ ਵਿੱਚ ਆ ਗਏ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਨੂੰ ਕਾਲੇ ਰੰਗ ਦੇ ਪਾਸਪੋਰਟ ਮਿਲਣੇ ਆ, ਉਹ ਦੇਸ਼ ਜਿਹੜਾ ਸਾਡੇ ਜਿਹੜਾ ਹੱਥਾਂ ਦੇ ਵਿੱਚ ਸਾਡੀ ਅਗਵਾਈ ਦੇ ਵਿੱਚ ਹੋਊਗਾ, ਜਿਵੇਂ ਤੁਸੀਂ ਜਿਹੜੀ ਅਗਵਾਈ ਆ ਉਹ ਕਰ ਰਹੇ ਹੋ। ਬਖਸ਼ੀ ਜੀ, ਅੱਜ ਕੱਲ੍ਹ ਜਿਹੜਾ ਇੱਕ ਬਹੁਤ ਚਰਚਾ ਦਾ ਇੱਕ ਵਿਸ਼ਾ ਜਿਹੜਾ ਇਹ ਹੈਗਾ ਆ, ਦੋ ਚੀਜ਼ਾਂ ਹੈਗੀਆਂ। ਇੱਕ ਤਾਂ ਹੈਗਾ ਵੀ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਆ 1,65,000 ਦੇ ਕਰੀਬ ਜਿਹੜੇ ਕੈਂਡੀਡੇਟ ਆ
ਵੈਸੇ ਤਾਂ ਸਰਕਾਰ ਨੇ ਕਾਫੀ ਕੈਲਕੂਲੇਸ਼ਨ ਕਰ ਲਈ ਹੋਣੀ ਆ, ਹਰੇਕ ਸੈਕਟਰ ਦੇ ਵਿੱਚ ਕਿੰਨੇ ਬੰਦੇ ਜਿਹੜੇ ਪੱਕੇ ਹੋਣ ਦੇ ਯੋਗ ਆ। ਫਿਰ ਵੀ ਜੇ ਆਪਾਂ ਦੇਖੀਏ ਪਿਛਲਾ ਹਿਸਾਬ ਕਿਤਾਬ ਲਾ ਕੇ ਵੀ, ਕਿਉਂਕਿ ਜੇ ਖੇਤ ਵੀ ਵਾਹੁਣਾ ਹੋਵੇ ਤਾਂ ਨਾ ਇੱਕ ਟਰੈਕਟਰ ਵਾਲੇ ਨੂੰ ਪਤਾ ਹੁੰਦਾ ਇੱਕ ਦਿਨ 'ਚ ਕਿੰਨੇ ਕੁ ਖੇਤ ਵਾਹੁਣੇ ਆ। ਮੈਂ ਹਿਸਾਬ ਜਿਹਾ ਲਾ ਕੇ ਦੇਖਦਾ ਸੀ ਤੇ ਸਰਕਾਰ ਦੇ ਕੋਲ ਜੇ 1 ਦਸੰਬਰ ਤੋਂ ਜਦੋਂ ਐਪਲੀਕੇਸ਼ਨ ਖੁੱਲ੍ਹਣਗੀਆਂ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਟੋਟਲ 250 ਦਿਨ ਬਣਦੇ ਆ ਤੇ ਐਵਰੇਜ ਇੱਕ ਦਿਨ ਦੇ ਵਿੱਚ 660 ਜਿਹੜੀਆਂ ਅਰਜ਼ੀਆਂ ਆ ਉਹਨਾਂ ਦੇ ਉੱਤੇ ਠਾਠਾ ਕਰਕੇ ਸਟੈਂਪਾਂ ਜੇ ਲੱਗਣਗੀਆਂ ਤਾਂ ਜਾ ਕੇ 1,65,000 ਆਉਣਾ। ਤੁਸੀਂ ਵੀ ਵਾਰਸਦਾਰ ਰਹੇ ਹੋ ਤੇ ਸਰਕਾਰਾਂ ਇੰਨੀ ਤੇਜ਼ੀ ਦੇ ਨਾਲ ਘੱਟੋ ਘੱਟ ਜੇ ਇਮੀਗ੍ਰੇਸ਼ਨ ਦੀ ਗੱਲ ਕਰੀਏ, ਕੀ ਇਹਦਾ ਇਤਿਹਾਸ ਇਦਾਂ ਦਾ ਰਿਹਾ ਵੀ ਇੰਨੀ ਤੇਜ਼ੀ ਦੇ ਨਾਲ ਇਹ ਕੰਮ ਕਰ ਪਾਉਣਗੇ? ਬਸਿਆਲਾ ਜੀ, ਬੜਾ ਹੀ ਇੰਪੋਰਟੈਂਟ ਸਵਾਲ ਤੁਸੀਂ ਇਹ ਚੁੱਕਿਆ ਹੈਗਾ ਕਿ ਕੀ ਅਸੀਂ 12 ਮਹੀਨੇ ਦੇ ਵਿੱਚ ਇੰਨੇ ਐਪਲੀਕੇਸ਼ਨਸ ਜਿਹੜੀਆਂ ਨੇ ਪ੍ਰੋਸੈਸ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ। ਇੱਥੇ ਕਿਉਂਕਿ ਅਸੀਂ ਪਾਸਟ ਐਕਸਪੀਰੀਅੰਸ ਪਿਛਲੇ 4 ਸਾਲਾਂ ਦਾ ਦੇਖੀਏ ਤੇ ਇਹ ਸਰਕਾਰ ਨੇ ਬਹੁਤ ਵਾਅਦੇ ਕੀਤੇ ਜਿਹਦੇ ਤੇ ਬਾਅਦ ਚੋਂ ਮੁਕਰ ਗਏ। ਅੱਜ ਲੇਟੈਸਟ ਹੈ ਕਿ ਜਿਹੜਾ ਇਹਨਾਂ ਨੇ ਸਾਈਕਲ ਪਾਥਵੇ ਬਣਾਉਣਾ ਸੀਗਾ ਬ੍ਰਿਜ ਦੇ ਉੱਤੇ, $785 ਮਿਲੀਅਨ ਖਰਚ ਕਰਕੇ ਉਹਨੂੰ ਵੀ ਸਕ੍ਰੈਪ ਕਰ ਦਿੱਤਾ। ਉਸ ਤੋਂ ਪਹਿਲੇ ਇਹਨਾਂ ਦਾ ਫੇਲੀਅਰ ਦੇਖਿਆ ਜਾਏ ਤੇ ਕੀਵੀ ਬਿਲਡ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਸਾਲ 10,000 ਕਰ ਦਿਆਂਗੇ। ਉਹ ਵੀ ਜਿਹੜਾ ਇਹਨਾਂ ਨੂੰ ਬਾਅਦ ਵਿੱਚੋਂ ਜਿਹਨੂੰ ਕਹਿੰਦਾ ਕਿ ਮੁੜਨਾ ਪਿਆ ਕਿ ਨਹੀਂ ਅਸੀਂ ਇਹ ਡਿਲੀਵਰ ਨਹੀਂ ਕਰ ਸਕਦੇ। ਇਹ ਵੀ ਇੱਕ ਬੜਾ ਹੀ ਹਾਈ ਐਕਸਪੈਕਟੇਸ਼ਨਸ ਵਾਲਾ ਵਾਅਦਾ ਇਹਨਾਂ ਸਰਕਾਰ ਨੇ ਕੀਤਾ ਹੈ ਕਿ 1,65,000 ਜਿਹੜੇ ਵੀਜ਼ਾਸ ਨੇ ਅਸੀਂ 12 ਮਹੀਨੇ ਦੇ ਵਿੱਚ ਡਿਲੀਵਰ ਕਰਾਂਗੇ। ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਹੈ ਕਿਉਂਕਿ ਐਪਲੀਕੇਸ਼ਨ ਜਿਹੜੀ ਹੈ ਆਨਲਾਈਨ ਜਾਣੀ ਹੈ ਔਰ ਅਗਰ ਤੁਸੀਂ ਸਾਰੇ ਟਿਕ ਬਾਕਸਸ ਕਰਦੇ ਜਾਓਗੇ ਤੇ ਕੰਪਿਊਟਰ ਆਪਣੇ ਆਪ ਇਸ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਦੀ क्षमता ਰੱਖਦਾ ਹੈ। ਇਹ ਜੋ ਜਾਣਕਾਰੀ ਮੈਨੂੰ ਮਿਲੀ ਹੈ, ਮੈਨੂੰ ਉਮੀਦ ਹੈ ਕਿ ਇਹ ਗੱਲ ਸੱਚੀ ਹੋਵੇ ਕਿ ਜਿਹੜੇ ਐਲੀਜੀਬਲ ਬੰਦੇ ਨੇ ਜਿਨ੍ਹਾਂ ਕੋਲ ਰਾਈਟ ਡਾਕੂਮੈਂਟੇਸ਼ਨ ਹੈ ਉਹ ਇਹਦੇ ਵਿੱਚ ਆਪਣੇ ਡਾਕੂਮੈਂਟਸ ਜਮ੍ਹਾਂ ਕਰਨਗੇ ਔਰ ਜਿਹੜੇ ਟਿਕ ਬਾਕਸਸ ਕਰਦੇ ਜਾਣਗੇ ਕੰਪਿਊਟਰ ਉਸ ਨੂੰ ਪ੍ਰੋਸੈਸ ਕਰਕੇ ਅੱਗੇ ਵਧਾਉਂਦਾ ਜਾਏਗਾ ਔਰ ਫਿਰ ਉਹਦੀ ਸਕਰੂਟਨੀ ਜਿਹੜੀ ਹੈ ਉਹ ਹਾਇਰ ਲੈਵਲ ਤੇ ਹੋਏਗੀ। ਪਰ ਜਿੱਥੇ ਮੈਨੂੰ ਨਾ ਉਮੀਦੀ ਜਿੱਥੇ ਆਂਦੀ ਹੈ ਉਹ ਇਹ ਵੇ ਕਿ ਮੌਜੂਦਾ ਟਾਈਮ ਤੇ ਇਹਨਾਂ ਕੋਲ ਸਿਰਫ 70 ਜਿਹੜੇ ਇਮੀਗ੍ਰੇਸ਼ਨ ਵਿੱਚ EMPLOYEES ਨੇ ਉਹ ਐਲੀਜੀਬਲ ਨੇ ਇਸ ਪ੍ਰੋਸੈਸ ਨੂੰ ਐਗਜ਼ੀਕਿਊਟ ਕਰਨ ਲਈ। ਤੇ ਉਹਦਾ ਮਤਲਬ ਹੈ ਕਿ ਤਕਰੀਬਨ ਜੋ ਇੱਕ EMPLOYEE ਹੈ ਇਮੀਗ੍ਰੇਸ਼ਨ ਦਾ ਉਹ 70 ਐਪਲੀਕੇਸ਼ਨਸ ਜਿਹੜੀਆਂ ਨੇ ਉਹ ਪ੍ਰੋਸੈਸ ਕਰੇਗਾ। 10 ਐਪਲੀਕੇਸ਼ਨ ਸੌਰੀ 10 ਐਪਲੀਕੇਸ਼ਨਸ ਜਿਹੜੀਆਂ ਨੇ ਇੱਕ ਬੰਦਾ ਜਿਹੜਾ ਹੈ ਪ੍ਰੋਸੈਸ ਕਰੇਗਾ। ਹਾਲ ਦੀ ਘੜੀ ਉਹਦੀ ਜੋ ਐਵਰੇਜ ਹੈ 2 ਐਪਲੀਕੇਸ਼ਨਸ ਦੀ ਹੈ ਤੇ ਇਹਨਾਂ ਨੂੰ ਬਹੁਤ ਸਾਰੇ ਰਿਸੋਰਸਿਸ ਜਿਹੜੇ ਨੇ ਮੁਹੱਈਆ ਕਰਾਣੇ ਪੈਣਗੇ ਤਾਂ ਕਿ ਇਹ ਆਉਣ ਵਾਲੇ 12 ਮਹੀਨੇ ਦੇ ਵਿੱਚ ਉਸ ਨੂੰ ਡਿਲੀਵਰ ਕਰ ਸਕਣ। ਔਰ ਇਹ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਜੋ ਲੋਕਾਂ ਦੀ ਇਹਨਾਂ ਨੇ ਉਮੀਦਾਂ ਜਗਾ ਦਿੱਤੀਆਂ ਨੇ ਉਸ ਦੇ ਉੱਤੇ ਖਰੇ ਉਤਰਨ। ਇਸ ਤਰ੍ਹਾਂ ਹੀ ਨਾ ਹੋਵੇ ਕਿ ਜਿਸ ਤਰ੍ਹਾਂ ਇਹਨਾਂ ਨੇ ਪਹਿਲੇ ਵੀ ਵਾਅਦੇ ਕੀਤੇ ਨੇ ਇਹਨਾਂ ਨੇ ਉਹਨਾਂ ਨੂੰ ਡਿਲੀਵਰ ਕਰਨ ਵਿੱਚ ਬਾਅਦ ਵਿੱਚੋਂ ਮੁਕਰ ਗਏ ਨੇ ਤੇ ਇਹ ਚੀਜ਼ ਇੱਥੇ ਨਾ ਹੋਵੇ। ਜੀ, ਜਿਵੇਂ ਬਖਸ਼ੀ ਜੀ ਤੁਸੀਂ ਦੱਸਿਆ ਵੀ ਇਹਨਾਂ ਕੋਲ ਸਟਾਫ ਦੇ ਹਿਸਾਬ ਦੇ ਨਾਲ ਤੇ ਮੇਰੇ ਹਿਸਾਬ ਨਾਲ ਮੈਂ ਕੈਲਕੂਲੇਸ਼ਨ ਕਰਕੇ ਹਟਿਆ ਇਸ ਤਰ੍ਹਾਂ 2375 ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਇੱਕ ਜਿੱਦਾਂ ਇਮੀਗ੍ਰੇਸ਼ਨ ਜਿਹੜਾ ਆਫਿਸਰ ਆ ਉਹਦੇ ਆਉਣਗੀਆਂ। ਜੇ ਟੋਟਲ ਬਾਕੀ ਸਾਰਾ ਕੰਮ ਵੀ ਛੱਡ ਦੇਣ ਤਾਂ ਇਹੀ ਕੰਮ ਕਰਨ ਲੱਗ ਜਾਣ ਤਾਂ ਵੀ ਇੱਕ ਬੰਦੇ ਨੂੰ ਸਮਝ ਲਓ 2400 ਅਰਜ਼ੀਆਂ ਸਾਲ ਦੀਆਂ ਕੱਢਣ ਪੈਣੀਆਂ ਤੇ 250 ਉਹਦੇ ਕੋਲ ਦਿਨ ਹੈਗਾ ਤੇ ਪਰ ਡੇ ਜੇ ਕੱਢੂਗਾ ਤਾਂ ਮੇਰੇ ਹਿਸਾਬ ਨਾਲ ਫਿਰ ਦੇਖ ਲਓ ਕਿੰਨੀਆਂ 10 ਅਰਜ਼ੀਆਂ ਉਹਦੇ ਨਾਲ ਕੱਢਣਗੀਆਂ ਤੇ ਤੁਸੀਂ ਕਹਿ ਰਹੇ 2 ਕੱਢੂਗਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਇਸ ਟਾਈਮ ਪ੍ਰੈਜ਼ੈਂਟਲੀ ਜੋ ਹੈ ਉਹ 2 ਪ੍ਰੋਸੈਸ ਕਰਦਾ ਹੈ, ਉਸ ਨੂੰ 2 ਦੀ ਬਜਾਏ 10 ਰੋਜ਼ ਪ੍ਰੋਸੈਸ ਕਰਨੀਆਂ ਪੈਣਗੀਆਂ ਤਾਂ ਜਾ ਕੇ ਜਿਹੜਾ ਪੂਰਾ ਬੈਕਲੌਗ ਜਿਹੜਾ ਆ ਖਤਮ ਹੋਊਗਾ। ਹਾਂਜੀ, ਔਰ ਦੂਸਰੀ ਗੱਲ ਮੇਰੀ ਐਰਿਕਾ ਸਟੈਂਫੋਰਡ ਨਾਲ ਲਗਾਤਾਰ ਜਦ ਤੋਂ ਇਹ ਪਾਲਿਸੀ ਅਨਾਉਂਸ ਹੋਈ ਹੈ ਕਿਉਂਕਿ ਇਹ ਪਾਲਿਸੀ ਦੇ ਬਹੁਤ ਸਾਰੀ ਜਿਹੜੇ ਇਸ਼ੂਜ਼ ਨੇ ਉਹ ਐਰਿਕਾ ਨੇ ਜਦੋਂ ਅਗਸਤ ਦੇ ਮਹੀਨੇ 'ਚ ਆਪਣੀ ਪਾਲਿਸੀ ਅਨਾਉਂਸ ਕੀਤੀ ਸੀ ਉਹਦੇ ਤੋਂ ਕੱਟ ਐਂਡ ਪੇਸਟ ਕਰਕੇ ਲੇਬਰ ਪਾਰਟੀ ਨੇ ਉਸ ਨੂੰ ਅਨਾਉਂਸ ਕੀਤਾ ਹੈਗਾ ਤੇ ਉਹਦੇ ਮੁਤਾਬਿਕ ਉਹਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਤੇ ਪਲੈਨਿੰਗ ਇਹ ਹੈਗੀ ਕਿ 1 ਦਸੰਬਰ ਤੋਂ ਬਾਅਦ ਲਗਾਤਾਰ ਅਸੀਂ ਇਮੀਗ੍ਰੇਸ਼ਨ ਕੋਲੋਂ ਸਵਾਲ ਪੁੱਛਣਾ ਹੈ ਕਿ ਕਿਤਨੀ ਐਪਲੀਕੇਸ਼ਨਸ ਇਹਨਾਂ ਕੋਲ ਆਈਆਂ ਨੇ ਔਰ ਕਿੰਨੀਆਂ ਇਹਨਾਂ ਨੇ ਪ੍ਰੋਸੈਸ ਕਰਕੇ ਲੋਕਾਂ ਨੂੰ ਵੀਜ਼ਾਸ ਜੋ ਨੇ ਉਹ ਐਲੋਕੇਟ ਕੀਤੇ ਨੇ। ਇਹ 12 ਮਹੀਨੇ ਦਾ ਜਿਹੜਾ ਪ੍ਰੋਸੈਸ ਹੈ ਇਹਦੇ ਵਿੱਚ ਅਸੀਂ ਪੂਰਾ ਪ੍ਰੈਸ਼ਰ ਬਣਾ ਕੇ ਰੱਖਾਂਗੇ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ
ਤਕਰੀਬਨ 12-13 ਮਹੀਨਿਆਂ 14 ਮਹੀਨਿਆਂ ਦੇ ਵਿੱਚ ਲਗਾਤਾਰ ਪਾਰਲੀਮੈਂਟ ਵਿੱਚ ਸਵਾਲ ਅਸੀਂ ਉਠਾਉਂਦੇ ਰਹੇ, ਲਗਾਤਾਰ ਪਬਲਿਕ ਮੀਟਿੰਗਸ ਕਰਦੇ ਰਹੇ। ਔਰ ਆਉਣ ਵਾਲੇ ਇਸ ਅਕਤੂਬਰ ਦੇ ਵਿੱਚ ਸਾਡਾ ਪੂਰਾ ਪਲਾਨ ਸੀਗਾ ਕਿ 9 ਅਕਤੂਬਰ ਨੂੰ ਇੱਕ ਬਹੁਤ ਵੱਡਾ ਇਜਲਾਸ ਅਸੀਂ ਵੋਡਾਫੋਨ ਇਵੈਂਟ ਸੈਂਟਰ ਵਿੱਚ ਕਰਨ ਵਾਲੇ ਸੀਗੇ, ਜਿਹਦੇ ਵਿੱਚ ਅਸੀਂ ਉਮੀਦ ਕਰਦੇ ਸੀਗੇ ਤਕਰੀਬਨ 500 ਬੰਦੇ ਅਸੀਂ ਇਨਵਾਈਟ ਕਰਾਂਗੇ ਵੱਖਰੇ ਵੱਖਰੇ ਖੇਤਰਾਂ ਤੋਂ। ਇਹ ਨਹੀਂ ਕਿ ਸਿਰਫ ਆਪਣੇ ਭਾਈਚਾਰੇ ਤੋਂ, ਬਟ ਹਾਰਟੀਕਲਚਰ ਤੋਂ, ਹਸਪੀਟੈਲਿਟੀ ਤੋਂ, ਨਰਸਿੰਗ ਤੋਂ, ਇਹ ਸਭ ਲੋਕੀ ਇੱਥੇ ਆ ਕੇ ਆਪਣੇ ਵਿਚਾਰ ਰੱਖਣ। ਔਰ ਉੱਥੇ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਵੀ ਅਸੀਂ ਇਨਵਾਈਟ ਕਰਨਾ ਸੀ। ਇੱਕ ਨੌਨ ਪੋਲੀਟੀਕਲ ਪਲੇਟਫਾਰਮ ਸੀਗਾ ਜਿਹਦੇ ਵਿੱਚ ਕੋਈ ਪਾਰਟੀ ਪੋਲੀਟਿਕਸ ਨਹੀਂ ਸੀਗਾ, ਬਟ ਹਰ ਪਾਰਟੀ ਨੂੰ ਅਸੀਂ ਟਾਈਮ ਦੇਣਾ ਸੀਗਾ ਕਿ ਤੁਸੀਂ ਆ ਕੇ ਗੱਲਬਾਤ ਕਰੋ ਔਰ ਦੱਸੋ ਕਿ ਤੁਹਾਡੀ ਕੀ ਪਾਲਿਸੀ ਔਰ ਕਿਸ ਤਰ੍ਹਾਂ ਇਸ ਪੂਰੀ ਪ੍ਰੋਬਲਮ ਨੂੰ ਤੁਸੀਂ ਰਿਜ਼ੋਲਵ ਕਰਨ ਦੀ ਸ਼ਮਤਾ ਰੱਖਦੇ ਹੋ। ਪਰ ਲੋਕਡਾਊਨ ਹੋਣ ਕਰਕੇ ਇਹ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਸਾਨੂੰ ਕੈਂਸਲ ਕਰਨਾ ਪਿਆ। ਮੀਟਿੰਗ ਜਿਹੜੀ ਅਸੀਂ ਹਾਲ ਵੀ ਬੁੱਕ ਕਰ ਲਿਆ ਸੀਗਾ, ਪਰ ਇਸ ਨੂੰ ਸਾਰਾ ਕੈਂਸਲ ਕਰਨਾ ਪਿਆ। ਔਰ ਇਹਦੇ ਵਿੱਚ ਬਹੁਤ ਸਾਰੀ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਇਹਦੇ ਵਿੱਚ ਸ਼ਾਮਲ ਸਨ। ਤੇ ਪਰ ਬੜੀ ਅੱਛੀ ਗੱਲ ਹੈ, ਰੀਸੈਟ ਜਿਹੜਾ ਇਮੀਗ੍ਰੇਸ਼ਨ ਦਾ ਓਰੀਜਨਲ ਪਲਾਨ ਸੀਗਾ ਸਰਕਾਰ ਦਾ, ਉਹ ਨਵੰਬਰ ਵਿੱਚ ਉਹਨਾਂ ਨੇ ਕਰਨਾ ਸੀਗਾ। ਉਹਨਾਂ ਦੇ ਉੱਤੇ ਇਤਨਾ ਪ੍ਰੈਸ਼ਰ ਬਣਾਇਆ ਗਿਆ ਆਪੋਜੀਸ਼ਨ ਵੱਲੋਂ ਵੀ ਔਰ ਲੋਕਾਂ ਵੱਲੋਂ ਵੀ, ਉਹਨਾਂ ਨੂੰ ਇਹ ਰੀਸੈਟ ਜਿਹੜਾ ਹੈਗਾ ਉਹ ਸੈਪਟੈਂਬਰ ਵਿੱਚ ਹੀ ਕਰਨਾ ਪੈ ਗਿਆ। ਤੇ ਮੈਂ ਉਮੀਦ ਕਰਦਾ ਕਿ ਜਿਹੜੇ ਬੰਦੇ ਇਹਦੇ ਵਿੱਚ ਐਲੀਜੀਬਲ ਹੋਏ ਉਹਨਾਂ ਦਾ ਵੀਜ਼ਾ ਜਿਹੜਾ ਉਹ ਲੱਗ ਕੇ ਉਹਨਾਂ ਨੂੰ ਇੱਥੇ ਸੈਟਲ ਹੋਣ ਦਾ ਪੂਰਾ ਮੌਕਾ ਮਿਲੇ। ਜੀ ਬਿਲਕੁਲ ਬਖਸ਼ੀ ਜੀ, ਤੁਸੀਂ ਜਦੋਂ ਗੱਲ ਕੀਤੀ ਹੈਗੀ ਆ ਵੀ ਇਹ ਜਿਹੜਾ ਨੈਸ਼ਨਲ ਨੇ ਆਪੋਜੀਸ਼ਨ ਇਹਦੇ ਉੱਤੇ ਬਹੁਤ ਕੰਮ ਕੀਤਾ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਾਪੀ ਪੇਸਟ ਦਾ, ਤੇ ਕਿਉਂਕਿ ਪਾਲਿਸੀ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਵੀ ਅਮਰੀਕਾ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਵੀ ਐਕਸੀਡੈਂਟਲੀ ਜਿਹੜਾ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਿਹੜੀ ਆ ਪਾਲਿਸੀ ਅਪਡੇਟ ਹੋ ਗਈ ਸੀਗੀ, ਤੇ ਉਹ ਪਾਲਿਸੀ ਉਹੀ ਸੀਗੀ ਜਿਹੜੀ ਕਿ ਨੈਸ਼ਨਲ ਨੇ ਪਾਰਲੀਮੈਂਟ ਦੇ ਵਿੱਚ ਇੱਕ ਵਿਰੋਧ ਦੇ ਵਿੱਚ ਜਿਹੜੀ ਆ ਰੱਖੀ ਸੀ ਤੇ ਪ੍ਰਪੋਜ਼ਲ ਦਿੱਤੀ ਸੀ ਇਸ ਤਰ੍ਹਾਂ ਹੋਣਾ ਚਾਹੀਦਾ। ਜੇ ਗੱਲ ਕਰੀਏ ਜਿਵੇਂ ਮਨਰੇਗਾ ਵਾਲੇ ਹੁੰਦੇ ਨਾ, ਸੜਕ ਦੇ ਨਾਲ ਨਾਲ ਮਿੱਟੀ ਪਾ ਦਿੰਦੇ ਤੇ ਗੱਡੀਆਂ ਤੇਜ਼ ਦੌੜਦੀਆਂ, ਮੈਨੂੰ ਲੱਗਦਾ ਨੈਸ਼ਨਲ ਪਾਰਟੀ ਨੇ ਮਨਰੇਗਾ ਦਾ ਕੰਮ ਕੀਤਾ ਤੇ ਖੱਡੇ ਖੁੱਡੇ ਸਾਰੇ ਜਿਹੜੇ ਆ ਉਹ ਤੁਸੀਂ ਭਰ ਦਿੱਤੇ ਜਿਹੜੀਆਂ ਪਾਲਿਸੀਆਂ ਲਿਆ ਕੇ। ਪਰ ਇਹਦੇ ਵਿੱਚ ਇੱਕ ਚੀਜ਼ ਦੱਸਿਓ, ਤੁਸੀਂ ਆਪਣੀ ਸੱਤਾ ਦੇ ਵਿੱਚ ਰਹੇ ਆ, ਜਿਹੜੀ ਸੱਤਾ ਦੇ ਵਿੱਚ ਪਾਰਟੀ ਆ ਕੀ ਉਹ ਇੰਨਾ ਟਾਈਮ ਉਹਦੇ ਉੱਤੇ ਲਾਉਂਦੀ ਆ ਪਾਲਿਸੀਆਂ ਨੂੰ ਰਿਫਾਰਮ ਕਰਨ ਵਾਸਤੇ, ਜਾਂ ਲੋਕਾਂ ਦੀਆਂ ਸਬਮਿਸ਼ਨਾਂ ਦੇਖ ਕੇ, ਲੋਕਾਂ ਦੀਆਂ ਜਿਹੜੀਆਂ ਪ੍ਰੋਟੈਸਟ ਹੋ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਉਹ ਦੇਖਦੇ ਆ, ਪੂਰਾ ਐਂਡ ਤੱਕ ਕੰਸੀਡਰ ਕਰਦੇ ਆ, ਅੱਖਰ ਪੜ੍ਹਦੇ ਆ ਕਿ ਜਿੱਦਾਂ ਜਦੋਂ ਉਹ ਆਪਣੀ ਮਰਜ਼ੀ ਦੇ ਨਾਲ ਹੀ ਜਦੋਂ ਪਾਲਿਸੀ ਬਣਾਉਣੀ ਹੁੰਦੀ ਆ ਮਿਨਿਸਟਰ ਨੇ, ਜਦੋਂ ਉਹਦਾ ਸਟਾਫ ਬੈਠਦਾ ਇਹ ਉਦੋਂ ਬਣਾਈ ਜਾਂਦੀ ਆ, ਕਿ ਜਿਹੜੀ ਸਬਮਿਸ਼ਨਾਂ ਨੂੰ ਕਿੰਨਾ ਕੰਸੀਡਰ ਕੀਤਾ ਜਾਂਦਾ? ਬਸਿਆਲਾ ਜੀ, ਨਿਊਜ਼ੀਲੈਂਡ ਦੇ ਵਿੱਚ ਇੱਕ ਬੜੀ ਅੱਛੀ ਗੱਲ ਹੈ ਕਿ ਜਿਹੜਾ ਸਿਲੈਕਟ ਕਮੇਟੀ ਦਾ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਪਾਲਿਸੀਜ਼ ਜਿਹੜੀਆਂ ਨੇ ਉਹਦੇ ਉੱਤੇ ਕਾਫੀ ਸਕਰੂਟਨੀ ਹੁੰਦੀ ਹੈ। ਤੇ ਇਹ ਜੋ ਪਾਲਿਸੀ ਅਨਾਉਂਸ ਕੀਤੀ ਗਈ ਹੈ ਇਹਦੇ ਵਿੱਚ ਕੋਈ ਨਵਾਂ ਬਿੱਲ ਇਹਨਾਂ ਨੇ ਇੰਟਰੋਡਿਊਸ ਨਹੀਂ ਕੀਤਾ, ਸਿਰਫ ਇਸ ਨੂੰ ਰੀਸੈਟ ਕੀਤਾ ਹੈਗਾ। ਸੋ ਇਹ ਸਿਲੈਕਟ ਕਮੇਟੀ ਦਾ ਪ੍ਰੋਸੈਸ ਇਹਦੇ ਵਿੱਚ ਨਹੀਂ ਹੋਇਆ। ਔਰ ਇਹ ਤਾਂ ਨੀਅਤ ਨੂੰ ਮੁਰਾਦ ਹੈ ਕਿ ਅਗਰ ਤੁਹਾਡੀ ਨੀਅਤ ਸਾਫ਼ ਹੈ, ਤੁਸੀਂ ਕਿਸੇ ਪਾਲਿਸੀ ਨੂੰ ਅੱਗੇ ਲਿਆ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਹੈ ਔਰ ਉਹਦੇ ਉੱਤੇ ਕੰਮ ਕਰਨਾ ਹੈ, ਤੇ ਉਹ ਸਰਕਾਰ ਕਦੀ ਵੀ ਚਾਹੇ ਉਹ ਕਰ ਸਕਦੀ ਹੈ। ਔਰ ਇਹ ਸਰਕਾਰ ਜਿਹੜੀ ਹੈਗੀ ਕਲੀਅਰ ਮੈਜੋਰਿਟੀ ਇਹਨਾਂ ਕੋਲ, ਇਹ ਚਾਹੁੰਦੇ ਤਾਂ ਅੱਜ ਤੋਂ 12 ਮਹੀਨੇ ਪਹਿਲੇ ਇਸ ਚੀਜ਼ ਨੂੰ ਕਰ ਸਕਦੇ ਸੀਗੇ। ਔਰ ਇਸ ਪਾਲਿਸੀ ਨੂੰ ਜਿਹੜੇ ਲੋਕਾਂ ਦੇ ਉੱਤੇ ਟਰਾਮਾ ਜਿਸ ਨੂੰ ਦੇਖੋ, ਮੈਂ ਇੱਕ ਲੇਡੀ ਨੂੰ ਮਿਲਿਆ, ਉਸਨੇ ਆਪਣਾ ਜ਼ਿਕਰ ਕੀਤਾ ਸੀਗਾ ਕਿ ਉਹਦੇ ਬੱਚੇ ਜਿਹੜੇ ਨੇ ਉਹ 13ਵੀਂ ਕਲਾਸ ਇੱਥੇ ਜੋ ਈਅਰ 13 ਹੈ ਉਹ ਪਾਸ ਕਰਨ ਤੋਂ ਬਾਅਦ, ਕਿਉਂਕਿ ਉਹ ਯੂਨੀਵਰਸਿਟੀ ਨਹੀਂ ਜਾ ਸਕਦਾ, ਉਹ ਦੁਬਾਰਾ ਤੋਂ ਉਹਨੂੰ ਈਅਰ 13 ਕਰਨਾ ਪਿਆ। ਕਿਤਨਾ ਉਸ ਬੱਚੇ ਦੇ ਉੱਤੇ ਮੈਂਟਲ ਸਟ੍ਰੈਸ ਹੈ ਕਿ ਇੱਕ ਪੜ੍ਹਾਈ ਉਹ ਆਲਰੇਡੀ ਕਰ ਚੁੱਕਾ ਹੈ, ਉਸਨੂੰ ਦੁਬਾਰਾ ਤੋਂ ਉਸ ਕਲਾਸ ਵਿੱਚ ਬੈਠਣਾ ਪੈ ਰਿਹਾ, ਕਿਉਂਕਿ ਉਹ ਨਾ ਕੰਮ ਕਰ ਸਕਦਾ ਹੈ ਨਾ ਉਹ ਯੂਨੀਵਰਸਿਟੀ ਜਾ ਸਕਦਾ ਹੈ। ਘਰ ਬੈਠੇ ਹੋਏ ਉਸਨੂੰ ਕਾਲ ਪੈਂਦੀ ਸੀ, ਉਹਨੇ ਕਿਹਾ ਚਲੋ ਮੈਂ ਪੜ੍ਹਾਈ ਕਰ ਲੈਂਦਾ। ਸਿਮਿਲਰਲੀ ਬਹੁਤ ਸਾਰੇ ਕੇਸਿਸ ਹਨ ਜਿਹੜੇ ਇੱਥੋਂ ਦੀ ਮਾਈਗ੍ਰੇਟ ਹੋ ਕੇ ਕੈਨੇਡਾ ਚਲੇ ਗਏ ਜਾਂ ਆਸਟ੍ਰੇਲੀਆ ਚਲੇ ਗਏ। ਬਹੁਤ ਸਾਰੇ ਡਾਕਟਰਸ ਜਿਹੜੇ ਨੇ, ਕਿਤਨੇ ਕੇਸਿਸ ਜਿਹੜੇ ਲਗਾਤਾਰ ਤੁਸੀਂ ਟੈਲੀਵਿਜ਼ਨ ਤੇ ਦੇਖਦੇ ਆਏ ਕਿ ਡਾਕਟਰਸ ਇੱਥੋਂ ਦੀ ਜਾਂ ਉਹ ਵਾਪਸ ਆਪਣੇ ਮੁਲਕ ਵਿੱਚ ਚਲੇ ਗਏ ਜਾਂ ਕਿਸੇ ਹੋਰ ਜਗ੍ਹਾ ਆਪਣੀ ਨੌਕਰੀ ਲੱਭ ਕੇ ਚਲੇ ਗਏ। ਤੇ ਇਹ ਚੀਜ਼ਾਂ ਜਿਹੜੀਆਂ ਨੇ 12 ਮਹੀਨੇ ਪਹਿਲੇ ਜਾਂ 15 ਮਹੀਨੇ ਪਹਿਲੇ ਹੋ ਸਕਦੀਆਂ ਸਨ, ਟਾਈਮ ਲੱਗਿਆ, ਪਰ ਚਲੋ ਦੇਰ ਆਏ ਦੁਰੁਸਤ ਆਏ। ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਐਟਲੀਸਟ ਇਹ ਜਿਹੜਾ ਇਸ ਮੌਕੇ ਤੇ ਵੀ ਇਹਨਾਂ ਨੇ ਅਨਾਉਂਸ ਕੀਤਾ ਹੈ, ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਉਮੀਦ ਕਰਦੇ ਹਾਂ ਉਹਨਾਂ ਦਾ ਵੀਜ਼ਾ ਪ੍ਰੋਸੈਸ ਜਲਦ ਤੋਂ ਜਲਦ ਹੋਵੇ। ਜੀ ਬਿਲਕੁਲ, ਬਹੁਤ ਵਧੀਆ। ਅੱਛਾ ਜੀ, ਬਖਸ਼ੀ ਇੱਕ ਗੱਲ ਮੈਂ ਪੁੱਛਣੀ ਚਾਹਦਾ ਸੀਗਾ, ਜਿੱਦਾਂ ਨੈਸ਼ਨਲ ਪਾਰਟੀ ਅਮਰੀਕਾ ਹੁਣਾਂ ਨੇ ਵਰਕਸ਼ਾਪਾਂ ਵੀ ਲਾਈਆਂ,
ਲੋਕਲ ਵੀ ਲਗਾਈਆਂ, ਲੋਕਾਂ ਦੇ ਜਿਹੜੇ ਆ ਕੰਸਰਨ ਵੀ ਸੁਣੇ। ਨੈਸ਼ਨਲ ਦੀ ਜਿਹੜੀ ਸਬਮਿਟ ਕੀਤੀ ਗਈ ਆ ਜਾਂ ਪਾਲਿਸੀ ਜਾਂ ਰეკਮੈਂਡੇਸ਼ਨ ਦਿੱਤੀਆਂ ਗਈਆਂ ਕਿ ਲਗਭਗ ਉਹੋ ਜਿਹੇ ਫੈਸਲਾ ਸਰਕਾਰ ਨੇ ਲੈ ਲਿਆ ਕਿ ਉਤੋਂ ਬਗੈਰ ਵੀ ਸਰਕਾਰ ਨੇ ਜਿੱਦਾਂ ਕੋਈ ਜਿਹੜੀ ਤੁਸੀਂ ਸੋਚ ਨਹੀਂ ਸਕਦੇ ਸੀ, ਉਹਨਾਂ ਨੇ ਐਕਸਟਰਾ ਇਨਪੁਟ ਜਿਹੜੀ ਪਾਤੀ ਆ, ਲੋ ਵੀ ਆ ਵੀ ਲੱਗਦੇ ਆ ਤੇ ਨਾਲ ਹੀ ਚੱਕ ਲਓ। ਤੇ ਕੀ ਨੈਸ਼ਨਲ ਪਾਰਟੀ ਦੇ ਲੋਕ ਸਾਡੇ ਇਹੀ ਪਾਲਿਸੀ ਚਾਹੁੰਦੇ ਸੀਗੇ ਜਾਂ ਇਹ ਤੋਂ ਘੱਟ ਮੰਗਦੇ ਸੀ ਤੇ ਬਹੁਤ ਕੁਝ ਮਿਲ ਗਿਆ? ਦੇਖੋ, ਓਵਰਆਲ ਮੈਂ ਕਹਾਂਗਾ ਕਿ ਇਹ 19-20 ਦਾ ਫਰਕ ਹੈਗਾ। ਸਾਡੀ ਉਮੀਦ ਤੋਂ ਥੋੜਾ ਜਿਹਾ ਜ਼ਿਆਦਾ ਇਹਨਾਂ ਨੇ ਕੀਤਾ ਹੈਗਾ। ਸਾਨੂੰ ਉਮੀਦ ਸੀ ਕਿ ਇਤਨਾ ਜ਼ਿਆਦਾ ਨਹੀਂ ਇਹ ਕਰਨਗੇ, ਪਰ ਇਹਨਾਂ ਦੀ ਜੋ ਡਿਲੀਵਰੀ ਹੋਈ ਹੈ ਸਾਡੀ ਉਮੀਦ ਤੋਂ ਥੋੜੀ ਜਿਹੀ ਜ਼ਿਆਦਾ ਹੋਈ ਹੈ। ਪਰ ਹਜੇ ਵੀ ਖਾਸ ਤੌਰ ਤੇ ਜਿਹੜੇ ਓਵਰਸੀਜ਼ ਵਿੱਚ ਜਿਨ੍ਹਾਂ ਕੋਲ ਵੀਜ਼ਾਸ ਹੈਗੇ ਨੇ, ਵੈਲਿਡ ਵੀਜ਼ਾ ਸਨ, ਔਰ ਕਿਸੇ ਕਾਰਨਵਸ਼ ਉਹ ਓਵਰਸੀਜ਼ ਗਏ ਸਨ, ਆਪਣੇ ਮੁਲਕ ਵਿੱਚ ਗਏ ਸੀ, ਚਾਹੇ ਉਹ ਫੈਮਿਲੀ ਨੂੰ ਮਿਲਣ ਗਏ ਸੀ, ਕੋਈ ਸ਼ਾਦੀ ਕਰਾਉਣ ਲਈ ਗਿਆ ਸੀ, ਕੋਈ ਫੈਮਿਲੀ ਅੰਦਰ ਟ੍ਰੈਜੇਡੀ ਹੋ ਗਈ ਸੀ ਤੇ ਉਸ ਕਾਰਨ ਤੋਂ ਗਿਆ ਸੀਗਾ। ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਲੋਕਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ ਸੀਗੀ। ਉਹਦੇ ਉੱਤੇ ਵੀ ਲਗਾਤਾਰ ਅਸੀਂ ਪ੍ਰੈਸ਼ਰ ਬਣਾਵਾਂਗੇ। ਉਸ ਤੋਂ ਇਲਾਵਾ ਕੁਝ ਹੋਰ ਜਿਹੜੇ ਮਸਲੇ ਨੇ, ਜਿਵੇਂ ਪੇਰੈਂਟਸ ਕੈਟੇਗਰੀ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਲੋਕਾਂ। ਅੱਛਾ, ਫਿਰ ਇੱਕ ਹੋਰ ਕੈਟੇਗਰੀ ਹੈ ਜਿਹੜੇ ਇੱਥੇ ਸਟੂਡੈਂਟ ਆਲਰੇਡੀ ਪੜ੍ਹਾਈ ਕਰ ਰਹੇ ਨੇ, ਖਾਸ ਤੌਰ ਤੇ PhD ਸਟੂਡੈਂਟਸ ਜਿਹੜੇ ਨੇ, ਉਹਨਾਂ ਨੇ ਹਜੇ ਆਪਣਾ ਵਰਕ ਵੀਜ਼ਾ ਅਪਲਾਈ ਨਹੀਂ ਕੀਤਾ ਸੀਗਾ, ਉਹਨਾਂ ਨੂੰ ਵਿੱਚੋਂ ਦੀ ਛੋੜ ਦਿੱਤਾ ਗਿਆ ਹੈਗਾ। ਔਰ ਹਾਈਲੀ ਸਕਿਲਡ ਨੇ, PhD ਜਿਹੜਾ ਬੱਚਾ ਕਰ ਰਿਹਾ, ਜੋ ਆਪਣੀ ਥੀਸਿਸ ਕਰ ਰਿਹਾ, ਉਹਨੇ ਰਿਸਰਚ ਕੀਤੀ ਹੈ, ਉਹਦਾ ਮਤਲਬ ਹੈ ਕਿ ਉਹ ਐਕਸਕਲੂਸਿਵਲੀ ਕੁਆਲੀਫਾਈਡ ਹੈ ਔਰ ਉਸ ਨੂੰ ਵੀ ਐਲੀਜੀਬਿਲਿਟੀ ਮਿਲਣੀ ਚਾਹੀਦੀ ਸੀ। ਤੇ ਇੰਜ ਦੇ ਕਈ ਮਸਲੇ ਨੇ ਜਿਹੜੇ ਛੁੱਟ ਗਏ ਨੇ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹਦੇ ਉੱਤੇ ਵੀ ਕੰਮ ਕਰਾਂਗੇ ਔਰ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਵਾਂਗੇ ਕਿ ਜਿਹੜੇ ਇਹ ਬੱਚੇ ਨੇ ਇਹਨਾਂ ਨੂੰ ਵੀ ਇਨਕਲੂਡ ਕੀਤਾ ਜਾਏ। ਔਰ ਫਿਰ ਇੱਕ ਹੋਰ ਬੜਾ ਵੱਡਾ ਮੁੱਦਾ ਹੈਗਾ ਓਵਰਸਟੇਅਰਸ ਦਾ। ਉਹਦੇ ਉੱਤੇ ਕੁਝ ਕੰਮ ਨਹੀਂ ਹੋਇਆ ਇਸ ਪਾਲਿਸੀ ਦੇ ਵਿੱਚ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਹੈ ਤੇ ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਉਹਦੇ ਉੱਤੇ ਵੀ ਕੁਝ ਨਾ ਕੁਝ ਅਨਾਉਂਸਮੈਂਟਸ ਹੋਣਗੀਆਂ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਆ ਸਟੂਡੈਂਟ ਵੀਜ਼ੇ ਵਾਲੀ, ਕੱਲ ਇੱਕ ਮੈਨੂੰ ਫੋਨ ਵੀ ਆਇਆ ਸੀਗਾ ਤੇ ਇੱਕ ਬੱਚੇ ਨੂੰ ਆਏ ਨੂੰ ਇੱਥੇ 6 ਸਾਲ ਹੋ ਗਏ। ਉਹ ਵਿੱਚੋਂ ਲੰਬਾ ਪੀਰੀਅਡ 3-4 ਸਾਲ ਵਰਕ ਪਰਮਿਟ ਤੇ ਰਿਹਾ, ਪਰ ਅੱਗੇ ਜਦੋਂ ਵਰਕ ਪਰਮਿਟ ਹੁਣ ਨਹੀਂ ਉਹਨੂੰ ਹੋ ਰਿਹਾ ਸੀਗਾ ਤਾਂ ਉਹਨੇ ਦੁਬਾਰਾ ਸਟੂਡੈਂਟ ਸਟੱਡੀ ਹੋਰ ਲੈ ਲਈ, ਪਰ ਉਹ ਹੁਣ ਕਰੰਟ ਡੇਟ ਦੇ ਵਿੱਚ ਸਟੂਡੈਂਟ ਤੇ ਸੀਗਾ। ਸੋ ਇਦਾਂ ਦੇ ਬੱਚੇ ਜਿਹੜੇ ਬਹੁਤ ਸਾਰੇ ਹੈਗੇ ਆ ਜਿਹੜੇ ਇੱਥੇ ਲੌਂਗਰ ਸਟੇ ਕਰਨ ਦੇ ਵਾਸਤੇ ਕਦੇ ਸਟੱਡੀ ਲੈ ਲਈ, ਕਦੇ ਵਰਕ ਤੇ ਹੋ ਗਏ। ਉਹ ਜਿਹੜੇ ਆ ਉਹਨਾਂ ਦੀ ਜਿਹੜੀ ਐਲੀਜੀਬਿਲਟੀ ਆ, ਉਹ ਮਾੜੀ ਕਿਸਮਤ ਉਸ ਦਿਨ ਜੇ ਉਹ ਨਹੀਂ ਸੀਗੇ ਵਰਕ ਵੀਜ਼ੇ ਤੇ, ਉਹ ਵੀ ਜਿਹੜੀ ਕੈਟਾਗਰੀ ਹੈਗੀ ਆ, ਮੈਂ ਬੇਨਤੀ ਕਰਾਂਗਾ ਜੇ ਨੈਸ਼ਨਲ ਪਾਰਟੀ ਇਹੋ ਜਿਹਾ ਕੋਈ ਡਾਟਾ ਬਣਾਉਂਦੀ ਆ ਤਾਂ ਉਹ ਬੱਚੇ ਜਿਹੜੇ ਆ ਉਹ ਵਿੱਚ ਆਉਣੇ ਚਾਹੀਦੇ ਆ, ਕਿਉਂਕਿ ਉਹਨਾਂ ਨੂੰ ਆਇਆ ਨੂੰ ਤਾਂ 6 ਸਾਲ ਹੋ ਗਏ। ਲੇਕਿਨ ਜੇ ਕੰਡੀਸ਼ਨ ਦੇਖੀ ਜਾਵੇ ਉਸ ਦਿਨ ਦੀ, ਪਰ ਉਹ ਉਸ ਦਿਨ ਵਰਕ ਪਰਮਿਟ ਤੇ ਨਾ ਹੋ ਕੇ ਮਜਬੂਰੀ ਵਸ ਜਿਹੜਾ ਦੁਬਾਰਾ ਸਟੱਡੀ ਲੈ ਕੇ ਅੱਗੇ ਜਿਹੜੇ ਉਹ ਪੜ੍ਹ ਰਹੇ ਸੀ। ਇਹਦੇ ਨਾਲ ਹੀ ਬਖਸ਼ੀ ਜੀ, ਇਹ ਤੋਂ ਇਲਾਵਾ ਜਿਹੜੇ ਬੰਦੇ ਇੰਡੀਆ ਸਟਕ ਹੋਏ ਆ, ਉਹਨਾਂ ਦੇ ਵੀਜ਼ੇ ਵੈਲਿਡ ਸੀ, ਜੇ ਬਾਈ ਚਾਂਸ ਉਹ ਇੱਥੇ ਹੁੰਦੇ ਤਾਂ ਉਹਨਾਂ ਦੇ ਆਰਾਮ ਦੇ ਨਾਲ ਜਿਹੜੇ ਆ 821 ਦਿਨ ਜਿਹੜੇ ਆ 3 ਸਾਲ ਵਰਕ ਪਰਮਿਟ ਵਾਲੇ, ਉਹ ਆਰਾਮ ਦੇ ਨਾਲ ਪੂਰੇ ਹੋ ਜਾਣੇ ਸੀਗੇ। ਉਹ ਉਹਨਾਂ ਦਾ ਵੀਜ਼ਾ ਵੈਲਿਡ ਆ ਪਰ ਇੱਥੇ ਆ ਨਹੀਂ ਸਕਦੇ। ਉਹਨਾਂ ਦੇ ਵਾਸਤੇ ਵੀ ਕੀ ਨੈਸ਼ਨਲ ਪਾਰਟੀ ਕੁਝ ਪਲਾਨ ਲੈ ਕੇ ਆ ਸਕਦੀ ਹੈ ਜਾਂ ਪ੍ਰੈਸ਼ਰ ਪਾ ਸਕਦੀ ਹੈ? ਦੇਖੋ, ਜੋ ਸਾਡੀ ਡਿਸਕਸ਼ਨਸ ਹੋਈਆਂ ਸਨ ਉਹਦੇ ਵਿੱਚ ਮੈਂ ਇਹ ਜਿਹੜਾ ਸੁਝਾਅ ਦਿੱਤਾ ਸੀਗਾ ਕਿ ਆਲਰੇਡੀ ਅਗਰ ਅਸੀਂ ਦੇਖੀਏ ਤੇ ਇੱਥੇ ਅਨਐਮਪਲੋਇਮੈਂਟ ਜਿਹੜੀ ਹੈ ਉਹ ਬਹੁਤ ਘੱਟ ਹੈਗੀ। ਬਹੁਤ ਸਾਰੇ ਵਰਕਰਸ ਦੀ ਲੋੜ ਹੈਗੀ ਡਿਫਰੈਂਟ ਖੇਤਰਾਂ ਦੇ ਵਿੱਚ। ਖਾਸ ਤੌਰ ਤੇ ਅਗਰ ਅਸੀਂ ਦੇਖੀਏ ਤੇ ਡੇਰੀ ਫਾਰਮ, ਹਾਰਟੀਕਲਚਰ, ਇਹਦੇ ਵਿੱਚ ਹਾਈਲੀ ਸਕਿਲਡ ਲੋਕਾਂ ਦੀ ਲੋੜ ਨਹੀਂ ਹੈ, ਪਰ ਲੋਕਾਂ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਜਦੋਂ ਫਸਲਾਂ ਤਿਆਰ ਹੁੰਦੀਆਂ ਨੇ ਤੇ ਉਸ ਟਾਈਮ ਤੇ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਕਿ ਫਸਲ ਨੂੰ ਤੋੜ ਕੇ ਐਕਸਪੋਰਟ ਲਈ ਅਸੀਂ ਤਿਆਰ ਕਰੀਏ। ਤੇ ਉਸ ਟਾਈਮ ਤੇ ਮੈਂ ਇਹ ਸੁਝਾਅ ਦਿੱਤਾ ਸੀਗਾ ਕਿ ਜਦੋਂ ਲੱਗੇ ਕਿ ਬਈ ਹੁਣ ਸਾਨੂੰ ਲੋਕਾਂ ਦੀ ਲੋੜ ਹੈ ਤੇ ਉਹਨਾਂ ਲੋਕਾਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਇੱਥੇ ਆਉਣ ਲਈ ਜੋ ਇੱਥੇ ਪਹਿਲੇ ਕੰਮ ਕਰਕੇ ਜਾ ਚੁੱਕੇ ਨੇ, ਕਿਉਂਕਿ ਓਵਰਆਲ ਉਹਨਾਂ ਕੋਲ ਐਕਸਪੀਰੀਅੰਸ ਹੈਗਾ, ਉਹ ਇੱਥੇ ਦਾ ਕਲਚਰ ਜਾਣਦੇ ਨੇ, ਉਹ ਇੱਥੇ ਦੀ ਸੜਕਾਂ ਜਾਣਦੇ ਨੇ, ਇੱਥੇ ਦੇ ਸਿਸਟਮ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ, ਚਾਹੇ ਉਹਨਾਂ ਦਾ ਵੈਲਿਡ ਵੀਜ਼ਾ ਹੈ ਕਿ ਨਹੀਂ ਹੈ। ਅਗਰ ਉਹ ਇੱਥੋਂ ਦੀ ਵੈਲਿਡ ਵੀਜ਼ੇ ਤੇ ਗਏ ਸੀਗੇ ਜਿਸ ਟਾਈਮ ਉਹਨਾਂ ਦਾ ਵੀਜ਼ਾ ਵੈਲਿਡ ਸੀਗਾ ਤੇ ਉਹਨਾਂ ਨੂੰ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ ਵਾਪਸ ਲਿਆਉਣ ਦੀ। ਤੇ ਇਹ ਮੇਰਾ ਸੁਝਾਅ ਹੈ। ਸਹੀ ਗੱਲ ਹੈ। ਜਿੰਨਾ ਵੀ ਉਹਨਾਂ ਦਾ ਵੀਜ਼ਾ ਆ ਉੱਥੇ ਜਿਹੜਾ ਉਹਨਾਂ ਦਾ ਵੇਸਟ ਵੀਜ਼ਾ, ਜਿਹੜੇ ਡੇਜ਼ ਜਿੰਨੇ ਵੀ ਵੀਜ਼ੇ ਦੇ ਦਿਨ ਉਹਨਾਂ ਦੇ ਉੱਥੇ ਜਿਹੜੇ ਹੁਣ ਇਸ ਵੇਲੇ 1.5 ਸਾਲ 18 ਮਹੀਨੇ ਦੇ ਕਰੀਬ ਹੋ ਗਏ ਆ, ਉਹ ਜਿਹੜੇ ਆ ਉਹਨਾਂ ਦੇ ਲਾਈਵ ਰੱਖਣਾ ਚਾਹੀਦਾ ਉਹਨਾਂ ਦਾ ਵੀਜ਼ਾ, ਚਾਹੇ ਉਹਨਾਂ ਨੂੰ ਅੱਗੇ ਐਕਸਟੈਂਡ ਕਰ ਦੇਣ, ਕਿਉਂਕਿ ਉਹ ਆਉਣ ਨੂੰ ਤਿਆਰ ਨੇ।
ਤੇ ਉਹਨਾਂ ਦੇ IRD ਅਕਾਊਂਟ ਇੱਥੇ ਹੈਗੇ ਨੇ, ਟੈਕਸ ਦਿੰਦੇ ਰਹੇ ਨੇ। ਬਹੁਤ ਸਾਰੇ ਬੱਚਿਆਂ ਦਾ ਜਿਹੜਾ ਸਮਾਨ ਪਿਆ ਇੱਥੇ, ਉਹਨਾਂ ਦੇ ਕੀਮਤੀ ਡਾਕੂਮੈਂਟ ਪਏ ਨੇ। ਸੋ ਉਹਨਾਂ ਦਾ ਜਿਹੜਾ ਜ਼ਰੂਰ ਆ, ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜ਼ਰੂਰ ਪ੍ਰੈਸ਼ਰ ਪਾ ਕੇ ਜਿਹੜਾ ਉਹਨਾਂ ਦਾ ਕਰਾਓ। ਬਖਸ਼ੀ ਜੀ, ਇੱਕ ਇਹਦੇ ਨਾਲ ਹੀ ਹੋਰ ਇੱਕ ਸ਼ੰਕਾ ਜਿਹੜੀ ਆ ਬਹੁਤੇ ਬੰਦਿਆਂ ਨੂੰ ਇਹ ਪੈਦਾ ਹੋ ਗਈ ਆ ਵੀ ਜਦੋਂ ਲੋਕਾਂ ਦੀਆਂ PR 'ਚ ਲੱਗ ਜਾਣੀਆਂ ਅਗਲੇ ਸਾਲ ਨੂੰ, ਤਾਂ ਉਹ ਇੰਪਲੋਇਰ ਜਿਹੜਾ ਆ ਇਮੀਡੀਏਟਲੀ ਚੇਂਜ ਕਰ ਜਾਣਗੇ। ਚਾਹੇ ਉਹਨਾਂ ਨੇ ਕੋਈ ਮਜਬੂਰੀ ਵਸ ਕਿਤੇ ਕੰਮ ਕਰ ਰਿਹਾ ਆ, ਤੇ ਉਹ ਉਹਨਾਂ ਦੇ ਵਾਸਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਤਾਂ ਕਿ ਜਿਹੜੀ ਦੇਸ਼ ਦੀ ਆ ਜਿਹੜੀ ਇਕੋਨਮੀ ਆ ਉਹਦੇ ਵਿੱਚ ਸਾਡਾ ਜਿਹੜਾ ਭਾਰਤੀਆਂ ਦਾ ਖਾਸ ਕਰਕੇ ਉਹਨਾਂ ਦਾ ਜਿਹੜਾ ਯੋਗਦਾਨ ਆ ਬਰਕਰਾਰ ਰਵੇ? ਕਿਉਂਕਿ ਇਸ ਮੌਕੇ ਇੱਕ ਸੁਝਾਅ ਦਿੱਤਾ ਜਿਹੜਾ ਆ ਉਹ ਬੱਚਿਆਂ ਦੇ ਜਿਹੜਾ ਕੰਮ ਆ ਸਕਦਾ। ਦੇਖੋ, ਮੈਂ ਇਹੀ ਬੱਚਿਆਂ ਨੂੰ ਗੁਜ਼ਾਰਿਸ਼ ਕਰਨਾ ਚਾਹਾਂਗਾ, ਕੋਈ ਵੀ ਹੋਵੇ, ਚਾਹੇ ਬੱਚੇ ਹੋਣ, ਬਜ਼ੁਰਗ ਹੋਣ, ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਜਿਸ ਵਿਅਕਤੀ ਨੇ ਤੁਹਾਨੂੰ ਸਾਥ ਦਿੱਤਾ ਹੈਗਾ, ਤੇ ਕੱਲ ਨੂੰ ਜਦੋਂ ਤੁਹਾਡਾ PR ਹੋ ਜਾਏ ਤੇ ਉਹਦੇ ਨਾਲ ਜੁੜੇ ਰਹੋ, ਕਿਉਂਕਿ ਉਸਨੇ ਤੁਹਾਨੂੰ ਔਖੇ ਟਾਈਮ ਤੇ ਸਾਥ ਦਿੱਤਾ ਹੈ, ਔਰ ਉਸਦਾ ਲਗਾਤਾਰ ਅੱਗੇ ਚੱਲ ਕੇ ਵੀ ਸਾਥ ਨਿਭਾਓ, ਤਾਂ ਕਿ ਇਹ ਸਾਈਕਲ ਦੇ ਦੋ ਪਹੀਏ ਨੇ। ਇੰਪਲੋਇਰ ਜਿਹੜਾ ਹੈਗਾ ਉਹ ਇੰਪਲੋਈਜ਼ ਤੋਂ ਬਗੈਰ ਆਪਣਾ ਬਿਜ਼ਨਸ ਨਹੀਂ ਵਧਾ ਸਕਦਾ, ਔਰ ਇੰਪਲੋਈਜ਼ ਦੀ ਵੀ ਤਰੱਕੀ ਇੰਪਲੋਇਰ ਤੋਂ ਬਗੈਰ ਨਹੀਂ ਹੈਗੀ। ਤੇ ਮੈਂ ਇਹੀ ਰਿਕੁਐਸਟ ਕਰਾਂਗਾ ਕਿ ਇੱਕ ਅੱਛੀ ਟੀਮ ਦੇ ਤਰ੍ਹਾਂ ਕੰਮ ਕਰਕੇ ਇੱਕ ਦੂਸਰੇ ਦੀ ਸਹਾਇਤਾ ਕਰੋ। ਅੱਜ ਅਗਰ ਉਹ ਤੁਹਾਡੀ ਸਹਾਇਤਾ ਕਰ ਰਹੇ ਨੇ, ਕੱਲ ਤੁਸੀਂ ਉਹਨਾਂ ਦੀ ਸਹਾਇਤਾ ਕਰਕੇ ਉਹਨਾਂ ਦੇ ਬਿਜ਼ਨਸ ਵਿੱਚ ਪ੍ਰੋਗਰੈਸ ਕਰੋ। ਔਰ ਅਗਰ ਕੋਈ ਤੁਹਾਡਾ ਮਸਲਾ ਹੈਗਾ ਤੇ ਉਸ ਨੂੰ ਬੈਠ ਕੇ ਰਿਜ਼ੋਲਵ ਕੀਤਾ ਜਾ ਸਕਦਾ ਹੈ। ਐਸੀ ਕੋਈ ਗੱਲ ਨਹੀਂ ਹੈ ਕਿ ਜਿਹੜੀ ਗੱਲਬਾਤ ਨਾਲ ਗੱਲ ਰਿਜ਼ੋਲਵ ਨਾ ਕੀਤੀ ਜਾ ਸਕੇ। ਤੇ ਮੇਰਾ ਇਹ ਸੁਝਾਅ ਰਹੇਗਾ ਕਿ ਦੋਨੋਂ ਪਾਰਟੀਆਂ ਜਿਹੜੀਆਂ ਨੇ ਉਹ ਮਿਲ ਜੁਲ ਕੇ ਅੱਗੇ ਮੁਲਕ ਦੀ ਤਰੱਕੀ ਲਈ ਕੰਮ ਕਰਨ। ਜੀ ਬਿਲਕੁਲ, ਸਰਕਾਰ ਦਾ ਜਦੋਂ ਪਾਲਿਸੀ ਇਹਨਾਂ ਨੇ ਰਿਲੀਜ਼ ਕੀਤੀ ਆ, ਉਹਦੇ ਉੱਤੇ ਜਿਹੜਾ ਪਹਿਲੀ ਲਾਈਨ ਇਹ ਲਿਖੀ ਹੋਈ ਆ, ਜਿਹੜਾ ਇੰਪਲੋਇਰ ਆ ਉਹਦਾ ਜਿਹੜਾ ਫਿਊਚਰ ਪਲਾਨ ਵਾਸਤੇ ਜਿਹੜੀ ਰੈਜ਼ੀਡੈਂਸੀ ਉਹ ਦਿੱਤੀ ਜਾ ਰਹੀ ਆ। ਫਿਊਚਰ ਪਲਾਨ ਦਾ ਇਹੀ ਮਤਲਬ ਹੈਗਾ ਵੀ ਉਹ ਆਪਣਾ ਜਿਹੜਾ ਬਿਜ਼ਨਸ ਆ ਉਹ ਆਪਣਾ ਐਕਸਪੈਂਡ ਕਰ ਸਕੇ, ਤੇ ਉਹਦੇ ਕੋਲ ਜਿਹੜੇ ਵਰਕਰ ਆ ਉਹ ਲੌਂਗਰ ਸਟੇ ਹੋਣਗੇ, ਉਹਨਾਂ ਨੂੰ ਗਰੰਟੀ ਹੋਏਗੀ, ਤਾਂ ਹੀ ਉਹ ਜਿਹੜਾ ਆਪਣਾ ਬਿਜ਼ਨਸ ਐਕਸਪੈਂਡ ਹੋਊਗਾ ਤੇ ਅੱਗੇ ਜਿਹੜੀ ਇਕੋਨਮੀ ਆ ਉਹ ਵੀ ਜਿਹੜੀ ਆ ਵਧੇਗੀ, ਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਵੀ ਆ ਸਕਣਗੇ। ਕਿਉਂਕਿ ਇੱਕ ਕਨੈਕਟੀਵਿਟੀ ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਬਣਾਈ ਜਾ ਰਹੀ ਹੈ, ਨੈਸ਼ਨਲ ਦੀ ਵੀ ਇਹੀ ਪਾਲਿਸੀ ਰਹੀ ਆ ਵੀ ਵਿਹਲਿਆਂ ਨੂੰ ਜਾਂ ਜਿਹੜੀ ਆ ਅਨਇੰਪਲੋਇਮੈਂਟ ਨੂੰ ਘਟਾ ਕੇ ਲੋਕਾਂ ਨੂੰ ਕੰਮ ਦੇ ਉੱਤੇ ਲਾਇਆ ਜਾਵੇ, ਕਿਉਂਕਿ ਇੱਕ ਦੇ ਨਾਲ ਜਿਹੜੇ ਆ ਪਰਿਵਾਰ ਦੇ ਵਿੱਚ 4-4 ਜਿਹੜੇ ਮੈਂਬਰ ਆ ਉਹ ਵੀ ਗਾਂ ਕੰਮ ਕਰਨ ਦੀ ਜਿਹੜੀ ਸਿੱਖਿਆ ਲੈਣਗੇ। ਸੋ ਬਹੁਤ ਅੱਛਾ ਇੱਕ ਜਿਹੜੀ ਕਨੈਕਟੀਵਿਟੀ ਜਿਹੜੀ ਬਣਨੀ ਆ। ਸੋ ਇਹ ਵੀ ਬਹੁਤ ਵਧੀਆ ਤੁਹਾਡਾ ਸੁਝਾਅ ਜਿਹੜਾ ਆ ਆਪਣੇ ਵਾਸਤੇ। ਅਖੀਰ ਦੇ ਵਿੱਚ ਤੁਸੀਂ ਕੁਛ ਇਸ ਜਿਹੜੀ ਪਾਲਿਸੀ ਦੇ ਉੱਤੇ ਕੋਈ ਆਪਣੇ ਵੱਲੋਂ ਕੁਛ ਐਕਸਟਰਾ ਕਹਿਣਾ ਚਾਹੁੰਦੇ ਹੋ ਵੀ ਲੋਕੀ ਜਿਹੜਾ ਕਿਸ ਤਰ੍ਹਾਂ ਹੁਣ ਪਰਫਾਰਮ ਕਰਨ ਜਾਂ ਕਿਸ ਤਰ੍ਹਾਂ ਦੀਆਂ ਆਪਣੀਆਂ ਤਿਆਰੀਆਂ ਰੱਖਣ? ਸੋ ਉਹਦੇ ਬਾਰੇ ਜ਼ਰੂਰ ਦੋ ਸ਼ਬਦ ਜੀ। ਹਾਂ ਬਿਲਕੁਲ ਬਸਿਆਲਾ ਜੀ, ਇਹ ਬਹੁਤ ਹੀ ਇੰਪੋਰਟੈਂਟ ਮੁੱਦਾ ਹੈਗਾ। ਮੈਂ ਸਾਰੇ ਲੋਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗਾ, ਕਿਉਂਕਿ 1 ਦਸੰਬਰ ਤੋਂ ਐਪਲੀਕੇਸ਼ਨਸ ਖੁੱਲ੍ਹਦੀਆਂ ਨੇ, ਤੁਹਾਡੇ ਕੋਲ ਤਕਰੀਬਨ 2 ਮਹੀਨੇ ਦਾ ਟਾਈਮ ਹੈਗਾ। ਇਹਦੇ ਵਿੱਚ ਆਪਣੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਓ ਔਰ ਪ੍ਰੋਪਰਲੀ ਉਹਨਾਂ ਨੂੰ ਅਟੈਸਟ ਕਰਾ ਲਓ, ਚਾਹੇ ਉਹ ਇੰਡੀਅਨ ਹਾਈ ਕਮਿਸ਼ਨ ਤੋਂ ਅਟੈਸਟ ਹੋਣੇ ਨੇ, ਚਾਹੇ ਉਹ ਨੋਟਰੀ ਕੋਲੋਂ ਅਟੈਸਟ ਹੋਣੇ ਨੇ। ਅਗਰ ਕਿਸੇ ਡਾਕੂਮੈਂਟ ਵਿੱਚ ਕੋਈ ਕਮੀ ਪੇਸ਼ੀ ਹੈਗੀ ਉਸ ਨੂੰ ਤਿਆਰ ਰੱਖੋ, ਤਾਂ ਕਿ ਜਿਸ ਤਰ੍ਹਾਂ ਹੀ ਐਪਲੀਕੇਸ਼ਨ ਖੁੱਲ੍ਹਣ ਤੇ ਤੁਹਾਡੇ ਡਾਕੂਮੈਂਟ ਸਾਰੇ ਜਿਹੜਾ ਚੈੱਕ ਲਿਸਟ ਹੈ ਉਹਨੂੰ ਟਿਕ ਬਾਕਸ ਕਰ ਸਕੋ, ਤਾਂ ਕਿ ਇਹ ਐਪਲੀਕੇਸ਼ਨ ਦੇ ਵਿੱਚ ਟਾਈਮ ਨਾ ਲੱਗੇ। ਤੇ ਅਗਰ ਤੁਸੀਂ ਆਪਣਾ ਹੋਮਵਰਕ ਕਰਕੇ ਰੱਖਿਆ ਹੋਏਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਐਪਲੀਕੇਸ਼ਨਸ ਜਲਦ ਤੋਂ ਜਲਦ ਪ੍ਰੋਸੈਸ ਹੋਣਗੀਆਂ ਔਰ ਤੁਸੀਂ ਇੱਥੇ ਪੱਕੇ ਹੋਵੋਗੇ। ਔਰ ਤੁਹਾਨੂੰ ਮੈਂ ਇਹਦੇ ਲਈ ਬੈਸਟ ਵਿਸ਼ੇਸ ਜਿਹੜੀਆਂ ਉਹ ਦੇਣਾ ਚਾਹਾਂਗਾ, ਗੁੱਡ ਲੱਕ ਕਹਿਣਾ ਚਾਹਾਂਗਾ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ 2 ਮਹੀਨਿਆਂ ਦੇ ਵਿੱਚ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਓ, ਤਾਂ ਕਿ ਐਪਲੀਕੇਸ਼ਨ ਜਲਦ ਤੋਂ ਜਲਦ ਪ੍ਰੋਸੈਸ ਹੋ ਸਕੇ। ਬਹੁਤ ਵਧੀਆ ਜੀ, ਬਹੁਤ ਵਧੀਆ। ਓਵਰਆਲ ਬਖਸ਼ੀ ਜੀ, ਨੈਸ਼ਨਲ ਪਾਰਟੀ ਦਾ ਓਵਰਆਲ ਵਿਊ ਕੀ ਹੈਗਾ? ਇਹ 100% ਪਰਫੈਕਟ ਪਲਾਨ ਹੈਗਾ ਕਿ ਇਹਦੇ ਵਿੱਚ ਕੁਝ ਊਣਤਾਈਆਂ ਜਾਂ ਕੁਝ ਜਿਹੜੀਆਂ ਘੁੰਡੀਆਂ ਰਹਿ ਗਈਆਂ ਜਿਹਦੇ ਉੱਤੇ ਸਾਨੂੰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਲੋੜ ਪਊਗੀ? ਅਖੀਰ ਦੇ ਵਿੱਚ ਉਹ ਜ਼ਰੂਰ ਮੈਂਸ਼ਨ ਕਰ ਦਿਓ। ਬਸਿਆਲਾ ਜੀ, ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਜ਼ਿਕਰ ਕੀਤਾ, ਕੀਵੀ ਵੀਜ਼ਾ, ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਕੀਵੀ ਵੀਜ਼ਾ ਪਾਲਿਸੀ ਹੈ। ਉਮੀਦ ਕਰਦੇ ਹਾਂ ਕਿ ਇਹਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਵੇ। ਇਹ ਸਰਕਾਰ ਨੇ ਜੋ ਵਾਅਦਾ ਕੀਤਾ ਹੈ, 1,65,000 ਲੋਕਾਂ ਦੀ ਜੋ ਉਮੀਦ ਜਗਾਈ ਹੈ, ਉਸ ਨੂੰ ਨਿਰਾਸ਼ਾ ਦਾ ਮੂੰਹ ਨਾ ਦੇਖਣਾ ਪਵੇ। ਮੈਂ ਅਰਦਾਸ ਕਰਾਂਗਾ ਕਿ ਸਭ ਦੀ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਪ੍ਰੋਸੈਸ ਹੋਣ ਔਰ ਉਹ ਸਭ ਪੱਕੇ ਹੋਣ ਇੱਥੇ, ਤਾਂ ਕਿ ਇੱਥੇ ਇੱਕ ਖੁਸ਼ਹਾਲੀ ਦੀ ਜ਼ਿੰਦਗੀ, ਜੋ ਇੱਕ ਉਹ ਸੁਪਨਾ ਲੈ ਕੇ ਇੱਥੇ ਆਏ ਸਨ, ਉਹ ਉਹਨਾਂ ਦਾ ਸੁਪਨਾ ਸਾਕਾਰ ਹੋਏ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਜੋ ਵੀ ਬਾਲ ਬੱਚੇ ਇੱਥੇ ਪੜ੍ਹਨਾ ਚਾਹੁੰਦੇ ਨੇ, ਕੁਝ ਕਰਨਾ ਚਾਹੁੰਦੇ ਨੇ, ਤਰੱਕੀ ਕਰਨਾ ਚਾਹੁੰਦੇ ਨੇ, ਜਿਵੇਂ ਅਸੀਂ
ਵੀ ਇਸ ਮੁਲਕ ਵਿੱਚ ਇੱਕ ਖਾਬ ਲੈ ਕੇ ਆਏ ਸੀਗੇ, ਅਸੀਂ ਆਪਣੇ ਖਾਬ ਇੱਥੇ ਪੂਰੇ ਕੀਤੇ ਨੇ, ਉਹਨਾਂ ਦੇ ਵੀ ਖਾਬ ਪੂਰੇ ਹੋਣ, ਮੇਰੀ ਇਹੀ ਅਰਦਾਸ ਹੋਏਗੀ ਉਹਨਾਂ ਲਈ, ਔਰ ਮੈਂ ਉਹਨਾਂ ਨੂੰ ਬੈਸਟ ਵਿਸ਼ੇਸ ਦੇਣਾ ਚਾਹਾਂਗਾ। ਥੈਂਕ ਯੂ ਬਖਸ਼ੀ ਜੀ, ਬਹੁਤ ਚੰਗਾ ਲੱਗਿਆ ਜੀ ਸਾਰੀ ਗੱਲਬਾਤ ਕਰਕੇ। ਪਾਲਿਸੀ ਦੇ ਉੱਤੇ ਵੀ ਥੋੜੀ ਚਾਨਣਾ ਪੈ ਗਿਆ ਤੇ ਜਿਹੜੇ ਬੱਚੇ ਜਿਹੜੇ ਲੋਕ ਐਲੀਜੀਬਲ ਹੋਣਗੇ ਉਹਨਾਂ ਨੂੰ ਥੋੜਾ ਮਸ਼ਵਰਾ ਵੀ ਮਿਲ ਗਿਆ। ਸੋ ਅਸੀਂ ਵੀ ਦੁਆ ਕਰਦੇ ਹਾਂ ਇਹ ਜਿਹੜੀ ਪਾਲਿਸੀ ਆ ਸਰਕਾਰ ਵੈਰੀ ਸੀਰੀਅਸਲੀ ਸਾਲ ਦੇ ਵਿੱਚ ਹੀ ਜਿਹੜੀ ਆਪਣੇ ਵਾਅਦੇ ਦੇ ਮੁਤਾਬਕ ਜਿਹੜੇ ਡਿਸੀਜਨ ਦੇ ਦੇਵੇ ਤਾਂ ਬਹੁਤ ਅੱਛਾ। ਉਹਦੇ ਬਾਅਦ ਹੀ ਜਿਹੜੇ ਅੱਗੇ ਪਰਿਵਾਰਕ ਜਿਹੜੇ ਮੈਂਬਰ ਆ ਉਹਨਾਂ ਦਾ ਵੀ ਜਿਹੜਾ ਸਿਲਸਿਲਾ ਆਉਣ ਦਾ ਜਾਂ ਉਹਨਾਂ ਦੇ ਬੱਚਿਆਂ ਦੇ ਆਉਣ ਦਾ ਉਹ ਸ਼ੁਰੂ ਹੋਏਗਾ। ਸੋ ਸਾਰਿਆਂ ਦੇ ਲਈ ਬੈਸਟ ਵਿਸ਼ੇਸ। ਬਹੁਤ ਧੰਨਵਾਦ ਜੀ, ਥੈਂਕ ਯੂ ਬਖਸ਼ੀ ਜੀ, ਤੇ ਆਲ ਦਾ ਬੈਸਟ ਸਾਰਿਆਂ ਲਈ। ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਬਸਿਆਲਾ ਜੀ, ਤੁਸੀਂ ਫਿਰ ਤੋਂ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ ਤੇ ਆਉਣ ਲਈ, ਤੇ ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਕਿ ਤੁਹਾਡਾ ਇਹ ਚੈਨਲ ਜਿਹੜਾ ਹੈਗਾ ਲੋਕਪ੍ਰਿਯ ਹੋਏ ਜਾ ਰਹੇ ਨੇ। ਮੈਂ ਦੇਖਦਾ ਹਾਂ ਫੇਸਬੁੱਕ ਤੇ ਕਿ ਤੁਹਾਡੇ ਵਿਊਜ਼ ਲਗਾਤਾਰ ਵੱਧਦੇ ਜਾ ਰਹੇ ਨੇ, ਤੇ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਤੁਸੀਂ ਵੀ ਕਾਮਯਾਬ ਰਹੋ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।